Hello everyone, welcome to Chetan Bharat Learning. मेरा नाम इंद्रजीत। Today we are continuing the very series we started, ਜੋ ਆਪਾਂ ਸੀਰੀਜ਼ ਸਟਾਰਟ ਕਰੀ ਹੈ ਜਿਹਦੇ ਵਿੱਚ ਆਪਾਂ ਪੰਜਾਬ PCS ਤੇ PPSC ਦੁਆਰਾ ਲਏ ਗਏ ਸਿਵਲ ਸਰਵਿਸ ਐਗਜ਼ਾਮੀਨੇਸ਼ਨ ਦੇ ਜੋ ਮੇਨਸ ਦੇ ਪੇਪਰ ਹੁੰਦੇ ਨੇ ਉਹਨਾਂ ਨੂੰ ਆਪਾਂ ਡਿਸਕਸ ਕਰ ਰਹੇ ਹਾਂ। 2021 ਆਪਾਂ ਆਲਰੇਡੀ ਕਵਰ ਕਰ ਚੁੱਕੇ ਹਾਂ ਤੇ ਸਾਲ 2018 ਦੇ ਵਿੱਚ ਜੋ ਮੇਨਸ ਦੇ ਪੇਪਰ ਹੋਏ ਉਸ ਦੇ ਵਿੱਚ GS4 ਜਨਰਲ ਸਟੱਡੀ 4 ਦੇ ਵਿੱਚ ਜੋ ਸਾਇੰਸ ਦੇ ਕੁਐਸਚਨ ਆਉਂਦੇ ਨੇ ਉਹਨਾਂ ਨੂੰ ਆਪਾਂ ਡਿਸਕਸ ਕਰ ਰਹੇ ਹਾਂਗੇ। The very objective of the series is to make you understand ਕਿ ਭਾਈ ਜੇ ਆਪਣੇ ਕੋਲ ਕੁਐਸਚਨ ਆਉਂਦੇ ਨੇ ਉਹਨਾਂ ਨੂੰ ਆਪਾਂ ਨੇ ਅਪਰੋਚ ਕਿਵੇਂ ਕਰਨਾ ਹੈ। ਪਹਿਲਾਂ ਦੀ ਵੀਡੀਓਜ਼ ਦੇ ਵਿੱਚ I have already discussed how to approach into an intro ਕਿੰਨੇ ਕਿਸਮ ਦੀ ਹੋ ਸਕਦੀ ਹੈ, current based, definition based, sarcasm based, quote based and many other types of intro as well। ਕਿਸ ਕੁਐਸਚਨ ਦੇ ਵਿੱਚ ਕਿਸ ਤਰ੍ਹਾਂ ਦੀ ਇੰਟਰੋ ਲਿਖਣੀ ਹੈ ਕਿ ਆਪਾਂ ਨੇ ਉਹੀ ਚੀਜ਼ਾਂ ਸਮਝਣੀਆਂ ਨੇ। ਇਸ ਵੀਡੀਓ ਨੂੰ ਬਣਾਉਣ ਦਾ ਆਬਜੈਕਟਿਵ ਇਹ ਹੈ। ਆਪਾਂ ਪਹਿਲਾ ਕੁਐਸਚਨ ਤੇ ਸਟਾਰਟ ਕਰ ਦਿਆਂਗੇ। Delhi blanketed in toxic haze has become a gas chamber। ਇਸ ਕੁਐਸਚਨ ਦੇ ਵਿੱਚ ਤੁਹਾਨੂੰ ਕੁਝ ਪੁੱਛ ਨਹੀਂ ਰਹੇ, ਉਹਨੇ ਸਿੱਧਾ ਇੱਕ ਸਟੇਟਮੈਂਟ ਦੇ ਦਿੱਤੀ ਹੈ। They are not questioning the statement, they have made a comment ਕਿ ਭਾਈ ਦਿੱਲੀ ਗੈਸ ਚੈਂਬਰ ਬਣਦਾ ਹੈ। ਤੁਹਾਨੂੰ ਵੀ ਪਤਾ, ਸਾਨੂੰ ਵੀ ਪਤਾ ਹੈ, ਪਰ ਜੋ ਦਿੱਲੀ ਗੈਸ ਚੈਂਬਰ ਬਣਦਾ ਹੈ ਉੱਥੇ ਇੰਨਾ ਪੋਲਿਊਸ਼ਨ ਹੈ, 에ਅਰ ਪੋਲਿਟਿਕਸ ਨੇ, ਟੌਕਸਿਕ ਪੋਲਿਟਿਕਸ ਨੇ, ਉਹਨਾਂ ਦੇ ਮੇਜਰ ਕਾਜ਼ਸ ਕਿਆ ਨੇ ਤੇ ਪੋਸੀਬਲ ਮਿਟੀਗੇਸ਼ਨ ਮੈਜਰਸ ਕਿਆ ਹੋ ਸਕਦੇ ਨੇ। ਨਾਓ ਤੁਸੀਂ ਇਸ ਕੁਐਸਚਨ ਨੂੰ ਕਿਵੇਂ ਅਪਰੋਚ ਕਰੋਗੇ? ਯੂ ਵਿਲ ਆਬਵੀਅਸਲੀ ਰਾਈਟ ਅ ਇੰਟਰੋਡਕਸ਼ਨ ਤੇ ਇੰਟਰੋ ਦੇ ਵਿੱਚ you will be justifying the statement that yes, Delhi becomes a gas chamber, right? And what are the major causes and mitigation proposals? You can write this in intro। दो लाइना लिखनियां ने 200 words ਦੇ ਵਿੱਚ ਇਹ ਲਿਖਣਾ ਆਨਸਰ। ਤਾਂ I have always said that your intro should not exceed 10 to 15% of the total word limit। total word limit ਤੇ 10 ਤੋਂ 15 ਤੋਂ ਜ਼ਿਆਦਾ ਨਾ ਵਧੇ। ਆਪਾਂ ਕਲਰ ਬਲੈਕ ਕਰ ਲਈ ਉਰੇ 10 ਤੋਂ 15 ਤਾਂ ਐਕਸਪੈਕਟਡਲੀ 30 ਵਰਡਸ ਦੇ ਵਿੱਚ ਯੂ ਹੈਵ ਟੂ ਰਾਈਟ ਯੋਰ ਇੰਟਰੋ। ਹੁਣ ਇਸ ਦੀ ਆਪਾਂ ਇੰਟਰੋ ਕਿਵੇਂ ਲਿਖਾਂਗੇ? ਜਸਟ ਅੰਡਰਸਟੈਂਡ। ਇੰਟਰੋ ਦੇ ਵਿੱਚ ਤੁਸੀਂ ਕੀ ਲਿਖ ਸਕਦੇ ਹੋਗੇ? ਤੁਸੀਂ ਇੰਟਰੋ ਦੇ ਵਿੱਚ ਇਹੀ ਸਟੇਟਮੈਂਟ ਨੂੰ ਜਸਟੀਫਾਈ ਕਰੋਗੇ, ਜਿਵੇਂ Delhi's gas haze stems from industrial pollutions, vehicular pollution and which adds upon ਤੁਸੀਂ ਹੋਰ ਲਿਖ ਸਕਦੇ ਹੋਗੇ इंडस्ट्रियल व्हीकल बोल रहा है फिर तो इंडस्ट्रियल पॉल्यूशन, vehicular pollution, construction hazard, construction waste, which is further you would say increased, or you would say enhanced is not a word, which is further increased by adverse weather conditions, particularly in winter। And there are other major causes like stubble burning is there, right? Construction dust is there, so many other things। ਤਾਂ ਆਪਾਂ ਇਸ ਇੰਟਰੋ ਵਿੱਚ ਕੀ ਲਿਖਾਂਗੇ? ਇੰਟਰੋ 'ਚ ਲਿਖਾਂਗੇ Delhi's gas chamber haze stems from industrial pollution, vehicular pollution, which add-ons because of adverse weather conditions like low temperature in winters, which traps the pollutant। Intro khatam। This is how you would write the intro। Then next comes the body part। body part, अच्छा एक बेसिक अंडरस्टैंडिंग है। आई एम अज्यूमिंग कि ਤੁਹਾਨੂੰ ਪਤਾ ਹੀ ਹੋਗਾ। ਉੱਥੇ ਐ ਪਾਰਟਿਕੂਲਰ ਲਿਖਣ ਹੀ ਲੱਗ ਜਾਣਾ ਇੰਟਰੋ, ਫਿਰ ਇਹ, ਫਿਰ ਬੋਡੀ ਦੇ ਵਿੱਚ ਤੁਸੀਂ ਬੋਡੀ ਵਰਡ ਮੈਂਸ਼ਨ ਨਹੀਂ ਕਰੋਗੇ। ਇਹ ਤਾਂ ਤੁਹਾਨੂੰ ਮੈਂ ਲਿਖ ਕੇ ਦੱਸ ਰਿਹਾ ਵੀ ਬੋਡੀ ਇਸ ਤਰ੍ਹਾਂ ਲਿਖਣੀ ਹੈ। ਹੁਣ ਬੋਡੀ ਦੇ ਵਿੱਚ ਤੁਸੀਂ ਪਹਿਲੀ ਹੈਡਿੰਗ ਕਿਆ ਬਣਾਓਗੇ? ਦ ਫਰਸਟ ਹੈਡਿੰਗ ਸ਼ੁੱਡ ਬੀ ਮੇਜਰ ਕਾਜ਼ਸ, ਪੋਸੀਬਲ ਮਿਟੀਗੇਸ਼ਨ। ਕੁਐਸਚਨ ਦੇ ਵਿੱਚ ਕੁਝ ਜ਼ਿਆਦਾ ਪੁੱਛਿਆ ਨਹੀਂ ਗਿਆ ਹੈ, ਕੁਐਸਚਨ ਬਹੁਤ ਸੌਖਾ ਹੈ। ਕੁਐਸਚਨ ਦੇ ਵਿੱਚ ਉਹਨੇ ਤੁਹਾਨੂੰ ਬਸ ਇਹਨਾਂ ਦੱਸਿਆ ਭਈ ਆਹ ਚੀਜ਼ ਹੁੰਦੀ ਹੈ, ਦਿੱਲੀ ਪੋਲਿਊਸ਼ਨ ਨਾਲ ਘਿਰਦਾ ਹੈਗਾ ਤੇ ਉਹਦੇ ਕਾਜ਼ਸ ਕਿਆ ਹੋ ਸਕਦੇ ਨੇ। ਸੋ ਯੂ ਵਿਲ ਰਾਈਟ ਮੇਜਰ ਕਾਜ਼ਸ। ਹੁਣ ਮੇਜਰ ਕਾਜ਼ਸ ਕਿਆ ਹੁੰਦੇ ਨੇ ਜਸਟ ਸੋਚ ਕੇ ਦੇਖੋ। ਪੌਜ਼ ਦਾ ਵੀਡੀਓ, ਲਿਸਟ ਡਾਊਨ ਦ ਮੇਜਰ ਕਾਜ਼ਸ ਇਨ ਯੋਰ ਮਾਈਂਡ ਐਂਡ ਦੈਨ ਪਲੇ ਦ ਵੀਡੀਓ। ਪੁਆਇੰਟ 1, ਸਭ ਤੋਂ ਪਹਿਲਾ ਕਾਜ਼ ਜਦ ਤੁਸੀਂ ਦਿੱਲੀ ਪੋਲਿਊਸ਼ਨ ਆਪਣੇ ਦਿਮਾਗ 'ਚ ਅਜ਼ਿਊਮ ਕਰਦੇ ਹੋ, ਪਹਿਲਾ ਕਾਜ਼ ਤੁਹਾਡੇ ਦਿਮਾਗ 'ਚ ਕਿਆ ਹੁੰਦਾ ਹੈ? ਆਮ ਤੌਰ ਤੇ ਕਿਉਂਕਿ ਬਹੁਤ ਜ਼ਿਆਦਾ ਨਿਊਜ਼ 'ਚ ਰਹਿੰਦਾ ਹੈ, stubble burning in Punjab, Haryana, all these things adds up to pollution in Delhi। So in neighboring state ਤੁਸੀਂ ਕੀ ਲਿਖੋਗੇ? ਪਹਿਲਾ point stubble burning point ਬਣਾ ਕੇ then neighboring states like Punjab and Haryana, farmers during the harvesting season they do the stubble burning which adds to crisis। ऐसे लिख लो which adds to pollution crisis of Delhi। second point क्या हो सकता है? ਵਹੀਕੂਲਰ ਪੋਲਿਊਸ਼ਨ। ਗੱਡੀਆਂ ਬਹੁਤ ਨੇ, ਗੱਡੀਆਂ ਤਾਂ ਚੰਡੀਗੜ੍ਹ 'ਚ ਹੀ ਬਹੁਤ ਨੇਗੀਆਂ, ਰਾਈਟ? ਤਾਂ ਦਿੱਲੀ ਕੈਪੀਟਲ ਆਫ ਦ ਕੰਟਰੀ, ਇਟ ਹੈਜ਼ ਨਿਊਮਰਸ ਕਾਰਸ ਵਿਚ ਇਜ਼ ਐਡਿੰਗ ਔਨ ਟੂ ਇਟਸ ਪੋਲਿਊਸ਼ਨ ਕ੍ਰਾਈਸਿਸ। ਸੋ ਵਹੀਕੂਲਰ ਪੋਲਿਊਸ਼ਨ। ਥਰਡ, ਇੰਡਸਟਰੀਅਲ ਪੋਲਿਊਸ਼ਨ। ਠੀਕ ਹੈ, ਆईपी ਲਿਖ ਦਿੰਦਾ ਮੈਂ ਉਰੇ, ਇੰਡਸਟਰੀਅਲ ਪੋਲਿਊਸ਼ਨ। ਇਸ ਤੋਂ ਇਲਾਵਾ ਹੋਰ ਕਿਆ ਹੋ ਸਕਦਾ ਹੈ? ਕੰਸਟਰਕਸ਼ਨ ਡਸਟ,
फोर्थ पॉइंट कंस्ट्रक्शन डस्ट। ਇਹ ਇੱਕ ਮੇਜਰ ਇਸ਼ੂ ਹੋ ਗਿਆ। ਅੱਛਾ, ਆਪਾਂ ਨੇ 4 ਪੁਆਇੰਟ ਲਿਖਤੇ। ਹੁਣ ਆਪਾਂ ਨੇ ਵਰਡ ਲਿਮਿਟ ਵੀ ਧਿਆਨ ਰੱਖਣੀ ਹੈ। ਵਰਡ ਲਿਮਿਟ ਦੇ ਵਿੱਚ ਤੁਸੀਂ 4 ਪੁਆਇੰਟ ਲਿਖਤੇ ਮੇਜਰ ਕਾਜ਼ਸ ਤੇ। ਮੇਜਰ ਕਾਜ਼ਸ ਦਾ ਮਿਟੀਗੇਸ਼ਨ। ਹੁਣ ਜੋ ਤੁਸੀਂ ਲਿਖਿਆ ਹੈਗਾ ਮਿਟੀਗੇਸ਼ਨ, ਅੱਛਾ ਹੁਣ ਤੁਸੀਂ ਇੱਕ ਚੀਜ਼ ਸੋਚ ਕੇ ਦੇਖੋ। ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਆਪਾਂ ਸੈਕੰਡ ਹੈਡਿੰਗ ਬਣਾ ਰਹੇ ਹਾਂਗੇ, ਤਾਂ ਸੈਕੰਡ ਹੈਡਿੰਗ ਦੇ ਵਿੱਚ ਜੇ ਤੁਸੀਂ ਦੇਖੋ ਤਾਂ ਤੁਸੀਂ ਉਰੇ ਮੇਜਰ ਕਾਜ਼ ਦੀ ਹੈਡਿੰਗ ਬਣਾਤੀ, ਪੋਸੀਬਲ ਮਿਟੀਗੇਸ਼ਨ ਦੀ। ਤੁਸੀਂ ਉਰੇ ਹੋਰ ਵੀ ਹੈਡਿੰਗ ਬਣਾ ਸਕਦੇ ਸੀਗੇ, ਸੋਲੂਸ਼ਨ, ਵੇ ਫਾਰਵਰਡ, ਸੋ ਮੈਨੀ ਥਿੰਗਸ ਯੂ ਕੈਨ ਰਾਈਟ। ਬਟ ਆਈ ਵੁੱਡ ਰეკਮੈਂਡ ਕਿ ਜੋ ਤੁਹਾਨੂੰ ਕੁਐਸਚਨ ਦੇ ਵਿੱਚ ਟਰਮੀਨੋਲੋਜੀ ਦਿੱਤੀ ਹੋਈ ਹੈ, ਜੋ ਤੁਹਾਨੂੰ ਕੁਐਸਚਨ ਦੇ ਵਿੱਚ ਵੋਕੈਬ ਦਿੱਤੀ ਹੋਈ ਹੈ, ਕਾਈਂਡਲੀ ਟਰਾਈ ਟੂ ਯੂਜ਼ ਦੈਟ ਵੈਰੀ ਵੋਕੈਬ। ਵਾਈ? ਜਦ ਆਪਾਂ ਲਿਖ ਰਹੇ ਹਾਂ ਨਾ, ਤੁਸੀਂ ਐਗਜ਼ਾਮੀਨਰ ਨੂੰ ਦੱਸਣਾ ਹੈ ਵੀ ਸਰ ਤੁਸੀਂ ਪੁੱਛਿਆ ਕੀ ਸੀ, ਤੁਸੀਂ ਮੇਜਰ ਕਾਜ਼ਸ ਪੁੱਛੇ ਸੀ, ਆਪਾਂ ਮੇਜਰ ਕਾਜ਼ਸ ਦੱਸਦੇ। ਤੁਸੀਂ ਦੂਸਰਾ ਪੋਸੀਬਲ ਮਿਟੀਗੇਸ਼ਨ ਮੈਜਰਸ ਦੱਸੇ ਨੇਗੇ, ਪੁੱਛੇ ਨੇ ਸੌਰੀ, ਤਾਂ ਫਿਰ ਮੈਂ ਉਹੀ ਦੱਸ ਰਿਹਾ, ਮਿਟੀਗੇਸ਼ਨ ਮੈਜਰਸ ਹੀ ਦੱਸ ਰਿਹਾ। ਤੁਸੀਂ ਇਹ ਵਰਡ ਹੋਰ ਯੂਜ਼ ਕਰ ਸਕਦੇ ਹੋ, ਕੋਈ ਦਿੱਕਤ ਨਹੀਂ ਹੈ। ਬਟ ਮੇਰੀ ਕੋਸ਼ਿਸ਼ ਇਹ ਰਹਿੰਦੀ ਹੈ, ਮੇਰੀ ਸਲਾਹ ਇਹ ਰਹੂਗੀ ਵੀ ਤੁਸੀਂ ਕੋਸ਼ਿਸ਼ ਕਰੋ ਉਹੀ ਟਰਮੀਨੋਲੋਜੀ, ਉਹੀ ਵਰਡਿੰਗ ਯੂਜ਼ ਕਰੋ ਜੋ ਤੁਹਾਨੂੰ ਕੁਐਸਚਨ 'ਚ ਪੁੱਛੀ ਗਈ ਹੈ। ਇਹਦੇ ਨਾਲ ਦਿਮਾਗ ਦੇ ਵਿੱਚ ਇੱਕ ਆਈਡੀਆ ਬਣਦਾ ਕਿ ਜੋ ਪੁੱਛਿਆ ਉਹੀ ਦੱਸ ਰਿਹਾ ਬੱਚਾ। ਠੀਕ ਹੈ, ਜਸਟ ਐਡ ਔਨ ਮਿਟੀਗੇਸ਼ਨ ਮੇਜਰ ਦੇ ਵਿੱਚ ਹੁਣ ਜੋ ਆਪਾਂ ਨੇ ਮੇਜਰ ਕਾਜ਼ਸ ਲਿਖੇ ਨੇ ਉਹਨਾਂ ਦੀ ਸੋਲੂਸ਼ਨ ਦੱਸਣਾ ਹੈਗਾ। ਜਿਵੇਂ ਆਪਾਂ ਨੇ ਲਿਖਿਆ ਹੈਗਾ ਵਹੀਕੂਲਰ ਪੋਲਿਊਸ਼ਨ, ਤਾਂ ਵਹੀਕੂਲਰ ਪੋਲਿਊਸ਼ਨ ਦਾ ਵੇ ਆਊਟ ਕੀ ਹੋ ਸਕਦਾ ਹੈ? ਪ੍ਰੋਮੋਟ ਇਲੈਕਟ੍ਰੀਕਲ ਵਹੀਕਲਸ, obviously you will substantiate this statement। ਹੋਰ क्या ਲਿਖਿਆ ਆਪਾਂ ਨੇ? ਕੰਸਟਰਕਸ਼ਨ ਡਸਟ। ਕੰਸਟਰਕਸ਼ਨ ਡਸਟ ਨੂੰ ਆਪਾਂ ਕਿਵੇਂ ਕਰ ਸਕਦੇ ਹਾਂਗੇ? ਮੇਕ ਇਟ ਮੈਂਡੇਟਰੀ, ਇਹ ਤਾਂ ਕੁਝ ਹੋਰ ਹੈ, ਮੇਕ ਇਟ ਮੈਂਡੇਟਰੀ to make it mandatory to use construction dust curtains। curtains ਨਹੀਂ ਸਹੀ ਸ਼ਬਦ ਹੁੰਦਾ ਵੈਸੇ, ਜਿੱਥੇ ਨਾ ਤੁਸੀਂ ਦੇਖੋਗੇ ਬੜੇ ਸ਼ਹਿਰਾਂ 'ਚ, ਖਾਸ ਕਰ ਚੰਡੀਗੜ੍ਹ ਵਰਗੇ ਸ਼ਹਿਰਾਂ ਦੇ ਵਿੱਚ ਜਿੱਥੇ ਕੰਸਟਰਕਸ਼ਨ ਹੋ ਰਹੀ ਹੈ ਉੱਥੇ ਨਾ ਹਰੇ ਜਿਹੇ ਪਰਦੇ ਲਾ ਦਿੰਦੇ ਨੇ ਤਾਂ ਕਿ ਜੋ ਕੰਸਟਰਕਸ਼ਨ ਡਸਟ ਆ ਉਹ ਬਾਹਰ ਨਾ ਜਾਵੇ, ਜਾਂ ਉੱਥੇ ਸਪ੍ਰਿੰਕਲਿੰਗ ਹੋ ਸਕਦੀ ਹੈ ਕਿ there are many other ways, right? You can this। then industrial corridors can be there। ਇੰਡਸਟਰੀਅਲ ਕੋਰੀਡੋਰਸ। ਹੁਣ ਇੰਡਸਟਰੀਅਲ ਕੋਰੀਡੋਰ ਦਾ ਕੀ ਮਤਲਬ ਹੋਇਆ? ਇਹ ਨਾ ਹੋਵੇ ਵੀ ਜੋ ਡੈਡੀਕੇਟਡਲੀ बेसिकली की गल करें ਆਪਾਂ, हाँ इंडस्ट्रियल कॉरिडोर्स शुड बी इन प्लेस, इंडस्ट्रियल पार्क्स शुड बी देयर, ताकि एक डेडिकेटेड एरिया होवे जिवें शहरां 'ਚ फोकल पॉइंट होंदे ने, या फोकल पॉइंट मतलब कोई ऐसा एरिया डेजिग्नेटेड जिथे फैक्ट्रियां ही फैक्ट्रियां ने। वेस्ट मैनेजमेंट, अच्छा ਤੁਸੀਂ ਮਿਟੀਗੇਸ਼ਨ ਦੇ ਵਿੱਚ ਵੇਸਟ ਮੈਨੇਜਮੈਂਟ ਲਿਖਿਆ ਤਾਂ ਤੁਸੀਂ ਇੱਥੇ ਵੀ ਇੱਕ ਚੌਥਾ ਪੁਆਇੰਟ ਲਿਖ ਰਹੇ ਸੀ ਨਾ, ਪੰਜਵਾਂ ਪੁਆਇੰਟ ਇੱਕ ਇਹ ਵੀ ਐਡ ਕਰ ਸਕਦੇ ਹੋਗੇ, ਵੇਸਟ ਬਰਨਿੰਗ। This is not the way out, waste burning way out नहीं है, waste management is the mitigation process, right? And how would you conclude this? Next slide पे चलिए। हाँ जी, then way forward क्या हो सकता है? suggestions थोड़ी तरफ तो suggestions you can write about mitigation process ਦੇ ਵਿੱਚ ਆਪਾਂ ਲਿਖ ਚੁੱਕੇ ਹਾਂ, ਪਰ way forward ਉਰੇ ਲਿਖਣਾ ਬਣਦਾ ਨਹੀਂ ਹੈ। But even if you want to write, then how would you add up the very way forward? Sorry। वे फॉरवर्ड ਦੇ ਵਿੱਚ ਤੁਸੀਂ ਆਪਣੀ ਤਰਫ ਤੋਂ ਸੁਜੈਸ਼ਨ ਲਿਖੋਗੇ। ਸੁਜੈਸ਼ਨਸ ਕੀ ਹੋ ਸਕਦੇ ਨੇਗੇ? ਬੈਟਰ ਵੇਸਟ ਮੈਨੇਜਮੈਂਟ, ਰਾਈਟ? ਯੂਜ਼ ਆਫ ਟੈਕਨੋਲੋਜੀ ਟੂ ਬੈਟਰ ਮੈਨੇਜ द वेस्ट, म्यूनिसिपल वेस्ट। ठीक है, और क्या लिख सकते होंगे? ऑल द ट्रांसपोर्ट, पब्लिक ट्रांसपोर्ट should have or can have, I mean लिख लो, should have नहीं, can have EV fleets ਵੀ ਜੋ ਬੱਸਾਂ ਚੱਲਦੀਆਂ ਸਰਕਾਰੀ, ਦਿੱਲੀ 'ਚ ਸਰਕਾਰੀ ਬੱਸਾਂ ਚੱਲਦੀਆਂ, ਲੋਕਲ ਬੱਸਿਸ ਚੱਲਦੀਆਂ ਨੇ, ਉਹ EV ਬੱਸਿਸ ਹੁਣ ਤਾਂ ਬੈਟਰ ਹੈ, ਜਿਵੇਂ ਚੰਡੀਗੜ੍ਹ ਦੇ ਵਿੱਚ EV ਬੱਸਿਸ ਨਹੀਂ ਆ। ਦੈਨ ਕਨਕਲੂਜਨ, ਬਾਈ having coordinated policy measures among various departments of the government, we can frame, by having coordinated policy measures, we can mitigate the very pollution, and we can have breathable air, which also
an important aspect of human life under the Article 21 of Constitution of India, and it will also help us to achieve sustainable development goal. इथे ਤੁਸੀਂ ऐड कर सकते होंगे sustainable development goal 3. Sustainable development goal अपन कब तक अचीव करने नहीं? Do let me know in the comment section. Right? Next question देखते हैं ਆਪਾਂ. What is IRS? Indian Remote Sensing Satellite System. Part 1. This question has many parts. Question ਦੇ 3 parts ਨੇ basically. What is IRS, India Remote Sensing Satellite? पहला part. Second, what role it can play in the conservation of biodiversity and growth monitoring? ठीक है, एक बनेगा थोड़ा body part. Then third part which how far remote sensing has been successful. ਤਾਂ ਉੱਥੇ ਤੁਸੀਂ ਲਿਖਣਾ ਕਿਵੇਂ ਹੈ? ਤੁਹਾਡਾ ਪਹਿਲਾ part ਹੈ intro. ਇੱਥੇ ਲਿਖਦੇ ਆਪਾਂ, ਇੱਥੇ ਲਿਖਦੇ ਆਗੇ. ਠੀਕ ਹੈ, ਤੁਹਾਡਾ first part ਹੈ इंट्रोडक्शन. इंट्रो ਦੇ ਵਿੱਚ ਕੀ ਲਿਖੋਗੇ? ਜੋ ਤੁਹਾਨੂੰ ਪਹਿਲਾ ਕੁਐਸਚਨ ਪੁੱਛਿਆ ਉਹਨੇ, ਪਹਿਲਾ ਕੁਐਸਚਨ ਕੀ ਪੁੱਛਿਆ ਹੈ ਭਾਈ? IRS ਕੀ ਹੈ? ਯੂ ਵਿਲ ਰਾਈਟ ਅਬਾਊਟ ਇਟ. ਦੈਨ ਬੋਡੀ ਪਾਰਟ ਦੇ ਵਿੱਚ ਕੀ ਲਿਖੋਗੇ ਤੁਸੀਂ? ਕੁਐਸਚਨ ਬਹੁਤ ਸੌਖਾ ਹੈ, ਦੇਖ ਕੇ ਸਮਝ ਆਉਂਦਾ ਹੈ. ਕੁਐਸਚਨ ਦੇ ਵਿੱਚ ਬੋਡੀ ਪਾਰਟ ਦੇ ਵਿੱਚ ਵਟ ਰੋਲ ਇਟ ਕੈਨ ਪਲੇ. ਠੀਕ ਹੈ, ਤਾਂ ਹੈਡਿੰਗ ਕੀ ਬਣੇਗੀ? ਰੋਲ ਇਨ ਕੰਜ਼ਰਵੇਸ਼ਨ ਆਫ बायोडाइवर्सिटी. ठीक है, सेकंड हेडिंग क्या बनेगी थोड़ी? फर्स्ट हेडिंग बनेगी रोल इन कंजर्वेशन ऑफ बायोडाइवर्सिटी, रोल इन ड्रॉट मॉनिटरिंग. ठीक है, या इसी तुसी डिजास्टर मैनेजमेंट भी लिख सकते होंगे. हाउ फार रिमोट सेंसिंग हैज बीन सक्सेसफुल. ठीक है, देन सक्सेस, क्या क्या सक्सेसेस रही नहीं गया? हाउ इट हैज बीन इंस्ट्रूमेंटल इन प्रोवाइडिंग सिक्योरिटी एज वेल एज सक्सेस इन बायोडाइवर्सिटी कंजर्वेशन एंड ड्रॉट मॉनिटरिंग. देन एक प्यारा अच्छा कंक्लूजन. ये थोड़े पूरे क्वेश्चन दी स्ट्रक्चर बनती है. दिस इज हाउ यू आर सपोज टू राइट द वेरी स्ट्रक्चर ऑफ द आंसर. राइट, सॉरी, स्ट्रक्चर योर आंसर. हुण इंट्रो दे विच मैं कह सकता भी IRS को डिफाइन कर दो, बट क्या डिफाइन करोगे? जस्ट इमेजिन, very basic question, very basic issue, and very basic definition. You will simply give definition. ठीक है, हम इससे डेफिनेशन क्या बनाओगे? IRS की है, इंडियन रिमोट सेंसिंग सैटेलाइट्स क्या ने? IRS refers to the largest constellation of ISRO, which provides crucial data to India for better management of its resources, or to provide data to betterly manage its national mission for resource optimization or natural resources optimization. And it also helps in betterly conserving our biodiversity and disaster management. उसे dot monitoring ना लिखो, disaster management लिख लो. ये तो थी लिखता introduction, right? Then body part ਦੇ ਵਿੱਚ क्या लिखोगे? How it can help us to conserve biodiversity. Remote sensing satellite है, ਤਾਂ ਦੂਰੋਂ ਦੇਖ ਰਹੀ ਹੈ. ਲੋ ਅਰਥ ਆਰਬਿਟ ਦੇ ਵਿੱਚ ਸੈਟੇਲਾਈਟਸ ਘੁੰਮ ਰਹੀਆਂ ਨੇ. ਲੋ ਅਰਥ ਆਰਬਿਟ ਤੋਂ ਦੂਰੋਂ ਕਿਆ ਦੇਖ ਸਕਦੇ ਨੇ? ਬਸ ਉਹਨੂੰ ਫੋਟੋਜ਼ ਭੇਜ ਸਕਦੀਆਂ ਨੇ, ਹੈ ਨਾ? ਇਟ ਕੈਨ ਹੈਲਪ ਅਸ. Point 1, track deforestation. It will help us to track deforestation. और क्या सेकंड पॉइंट हो सकता है? सोच के देखो. डिफोरेस्टेशन ਨੂੰ हेल्प करेगा. कंजर्वेशन ऑफ बायोडाइवर्सिटी ਦੇ ਵਿੱਚ it can help us to track and manage वाइल्ड लाइफ. ठीक है, 2 पॉइंट ਤੁਸੀਂ ਇਸੇ ਲਿਖ ਦੇ. ਹੁਣ ਥੋੜੀ 3 ਮੇਨ ਹੈਡਿੰਗ ਨੇ ਗਿਆ. 3 ਮੇਨ ਹੈਡਿੰਗ ਨੇ ਗਿਆ. ਜੇ ਥੋੜੀਆਂ 3 ਮੇਨ ਹੈਡਿੰਗ ਨੇ ਤਾਂ ਆਬਵੀਅਸਲੀ ਯੂ ਵਿਲ ਹੈਵ ਯੂ ਕੈਨ ਸੇ 2 ਪॉइंट ਹੀ ਲਿਖੋਗੇ. ਠੀਕ ਹੈ, ਕੋਈ ਤੁਹਾਡੀ ਵਰਡ ਲਿਮਿਟ ਵੀ ਰੇ ਲਿਖੀ ਹੋਣੀ ਹੈ ਕਿਤੇ 200 ਵਰਡ ਲਿਮਿਟ ਹੈ ਇਸਦੀ. ਠੀਕ ਹੈ, 10 ਮਾਰਕਰ ਹੈ. ਦੈਨ 200 ਵਰਡਸ. ਤਾਂ ਇੰਟਰੋ ਦੇ ਵਿੱਚ ਤੁਸੀਂ 30 ਵਰਡਸ ਤੋਂ ਜ਼ਿਆਦਾ ਨਹੀਂ ਲਿਖਣੇ. ਇੱਥੇ ਤੁਹਾਡੇ ਕੋਲ ਟੋਟਲ ਜੋ ਵਰਡ ਲਿਮਿਟ ਰਹੇਗੀ 150 ਦੇ ਆਸ-ਪਾਸ ਰਹੇਗੀ ਤੇ ਆਖਿਰ ਦੇ ਵਿੱਚ 20 ਜਾਂ 30 ਵਰਡਸ ਦੇ ਵਿੱਚ ਯੂ ਵਿਲ ਰਾਈਟ ਦਾ ਕੰਕਲੂਜਨ. ਰਾਈਟ, ਹੁਣ 150 ਪੁਆਇੰਟ ਤੋਂ 150 ਸਾਡੇ ਤੋਂ 50 ਸ਼ਬਦਾਂ 'ਚ ਤੁਸੀਂ ਆਹ 2 ਪੁਆਇੰਟ 25 ਸ਼ਬਦਾਂ 'ਚ 1 ਪੁਆਇੰਟ ਲਿਖਣਾ ਹੈਗਾ. ਤਾਂ 2 ਪੁਆਇੰਟ ਉਹਦੇ ਹੋ ਗਏ. ਦੈਨ ਡਰੌਟ ਮੈਨੇਜਮੈਂਟ ਜਾਂ ਡਿਜ਼ਾਸਟਰ ਮੈਨੇਜਮੈਂਟ. ਇਟ ਕੈਨ ਹੈਲਪ ਅਸ ਟੂ ਟਰੈਕ and manage water resources. और क्या हो सकता है? हैबिटेट मैनेजमेंट हो सकती है. हैबिटेट मैनेजमेंट किमें हो सकती है? इट कैन हेल्प अस टू अंडरस्टैंड द हैबिटेट ऑफ वाइल्ड लाइफ एंड ऑल्सो कंजर्व देम. राइट, व्हाट एल्स कैन बी देयर? रुको एक पानी पी लिए यार.
ਜਦ ਨਾ ਇੰਨਾ ਟਾਈਮ ਬੋਲਣਾ ਪੈਂਦਾ ਨਾ ਤਾਂ ਗਲਾ ਸੁੱਕ ਜਾਂਦਾ ਹੈ, ਔਖਾ ਹੋ ਜਾਂਦਾ ਇੰਨਾ ਟਾਈਮ ਬੋਲਣਾ। ਜਦ ਕਲਾਸ ਲੱਗ ਰਹੀ ਹੁੰਦੀ ਹੈ ਦੈਟ ਇਜ਼ ਈਜ਼ੀ ਪਾਰਟ। ਕਲਾਸ ਦੇ ਵਿੱਚ ਕੀ ਹੁੰਦਾ, ਇੰਟਰੈਕਸ਼ਨ ਹੁੰਦੀ ਹੈ, ਗਲੇ ਨੂੰ ਥੋੜਾ ਟਾਈਮ ਮਿਲ ਜਾਂਦਾ ਹੈ। ਬਟ ਲਗਾਤਾਰ ਜਦ ਕਲਾਸ ਲਗਾਉਣੀ ਹੈ, ਵੀਡੀਓ ਰਿਕਾਰਡ ਕਰਨੀ ਹੋਵੇ, ਇਟ ਟੇਕਸ ਟਾਈਮ, ਮਤਲਬ ਇਟ ਟੇਕਸ ਅ ਟੂਲ ਔਨ ਮਾਈ ਥ੍ਰੋਟ। ਚਲੋ however let's continue now when it comes to disaster management, sorry, drought management। drought management ਦੇ ਵਿੱਚ you can check the soil management ਜਾਂ soil moisture। ਆਪਾਂ ਦੇਖ ਸਕਦੇ ਹਾਂਗੇ ਵਾਟਰ ਰਿਸੋਰਸਿਸ ਤੋਂ ਮੈਨੇਜ ਕਰ ਸਕਦੇ ਹਾਂਗੇ, ਟਰੈਕ ਕਰ ਸਕਦੇ ਹਾਂਗੇ। ਤੇ ਸਕਸੈਸ ਵਾਲਾ ਪਾਰਟ, ਸਕਸੈਸ ਵਾਲੇ ਪਾਰਟ ਦੇ ਵਿੱਚ ਕੀ ਲਿਖਾਂਗੇ, ਉਹਦੇ ਥੋੜਾ ਕਲਸਟਰਡ ਜਿਹਾ ਹੋ ਗਿਆ ਹੈ ਨਾ। ਆਪਾਂ ਅਗਲੇ ਚ ਲਿਖ ਦਿਆਂਗੇ ਸਕਸੈਸ। How IRS has been successful in helping India to conserve its biodiversity and drought management। ਤਾਂ ਆਪਾਂ ਇਸ ਵਿੱਚ ਕੀ ਲਿਖ ਸਕਦੇ ਹਾਂਗੇ, it has helped India। ਹੁਣ ਦੱਸੋ ਜੀ, this will be the starting line, but how it has helped India? It has helped India। फर्स्ट पॉइंट, अच्छा ये नहीं लिखना जे मैं इस तरह लिख रहेगा, इट हैज हेल्प्ड इंडिया तो बाद नहीं लिखना है सक्सेस। फर्स्ट पॉइंट यही है थोड़ा, इट हैज हेल्प्ड इंडिया टू बेटरली मैनेज coordinated policy। it has helped India to frame ਆਪਾਂ ਲਿਖਾਂਗੇ to, रब ना कर लिए यार, ਐਵੇਂ ਤਾਂ ਕੰਮ ਖਰਾਬ ਜਾਂਦਾ ਲੱਗਦਾ। it has helped India to take policy decisions on the basis of data। ठीक है, या फर्स्ट पॉइंट ये भी लिख सकते हो, डेटा ड्रिवन अप्रोच, राइट। सेकेंड पॉइंट सक्सेसेस, और क्या है, इट हैज हेल्प्ड इंडिया इन अचीविंग डेटा, या फर्स्ट पॉइंट इट हैज हेल्प्ड इंडिया इन अचीविंग डेटा ड्रिवन डिसीजन मेकिंग, राइट, या एम्पेरिकल डेटा ड्रिवन डिसीजन मेकिंग विच इज सपोज टू बी मोर एक्यूरेट। इट हैज हेल्प्ड इंडिया in achieving a fleet of satellites to have better understanding of the natural resources to maintain natural resources of country। maintain नहीं कहांगे, to manage। actually ना, when it comes to word, I am very particular about words। Why I'm particular about words? Reason being, when you particularly focus on words, जिमें हम maintain ਦਾ ਮਤਲਬ ਹੈ ਆਪਾਂ maintain ਕਰ ਰਹੇ ਹਾਂਗੇ, ਮਤਲਬ we are continuing with it। ਆਪਾਂ maintain ਥੋੜੀ ਕਰ ਸਕਦੇ natural resources are limited ਨੇ, we cannot maintain, we can manage, right। ਤਾਂ ਮੈਨੂੰ ਨਾ words ਨੂੰ ਲੈ ਕੇ ਥੋੜਾ ਹੁੰਦਾ ਵੀ words should be more accurate। ਜੇ ਆਪਾਂ philosophy ਦੀ ਗੱਲ ਕਰੀ ਨਾ, philosophy ਦਾ ਇੱਕ point ਹੈ that two words can never have same meaning। ਦੋ ਸ਼ਬਦ ਕਦੇ ਵੀ ਸਮਾਨਾਰਥਕ ਨਹੀਂ ਹੋ ਸਕਦੇ। ਜੇ ਦੋ ਸ਼ਬਦ ਕਦੇ ਵੀ ਸਮਾਨਾਰਥਕ ਨਹੀਂ ਹੋ ਸਕਦੇ ਤਾਂ ਹਰ ਸ਼ਬਦ ਦਾ ਆਪਣਾ ਮਹੱਤਵ ਹੈਗਾ, ਹੈ ਨਾ, ਆਪਣਾ ਮਹੱਤਵ ਹੈ। तथा maintain की जगह manage word would be betterly used or would be more appropriate to use, right। then next part is way forward। first point, integrate IRS with national mission एम लिखता है याद में, है ना, national mission on biodiversity। simple, we can integrate the IRS with national mission on biodiversity, not IRS directly, IRS data लिख सकते हैं आप, IRS का डेटा आप यूज कर सकते हैं नेशनल मिशन ऑन बायोडाइवर्सिटी ਨੂੰ कंजर्व करने वास्ते, right। then what would be the conclusion of this? how would you conclude this question? now first, ਹੁਣ ਤੁਸੀਂ ਕੀ ਕਰਨਾ ਹੈਗਾ, ਹੁਣ ਤੁਸੀਂ ਵੀਡੀਓ ਨੂੰ ਕਰੋ ਪੌਜ਼, ਟੇਕ ਅ ਕਨਕਲੂਜਨ ਲਿਖੋ, ਟੇਕ ਅ ਪੈਨ, ਟੇਕ ਅ ਪੇਪਰ, ਰਾਈਟ ਡਾਊਨ ਅ ਕਨਕਲੂਜਨ ਐਂਡ ਦੈਨ ਪਲੇ ਦਾ ਵੀਡੀਓ। ਮੈਨੇ ਕਨਕਲੂਜਨ ਲਿਖ ਦੇਣਾ। ਹੁਣ ਆਪਾਂ ਇਸ ਦਾ ਕਨਕਲੂਜਨ ਕੀ ਲਿਖਾਂਗੇ, ਜਦ ਵੀ ਕਿਸੇ ਕੁਐਸਚਨ ਦਾ ਕਨਕਲੂਜਨ ਲਿਖਣਾ ਹੈ
always make sure ਕਿ ਤੁਸੀਂ conclusion ਲਿਖਣ ਤੋਂ ਪਹਿਲਾਂ ਇੱਕ ਵਾਰ question ਨੂੰ read out ਜ਼ਰੂਰ ਕਰ ਲਓ। Question ਕੀ ਸੀ? What is IRS? What role it can play in the conservation of biodiversity and drought monitoring? And how far remote sensing has been successful in doing so? Right? ਤਾਂ ਤੁਹਾਡਾ ਔਰ ਜਦ ਵੀ ਤੁਸੀਂ conclusion ਲਿਖੋਗੇ, you should focus that your conclusion should be based on the very question asked. ਜੋ ਤੁਸੀਂ content ਲਿਖਿਆ ਉਸ ਨੂੰ ਧਿਆਨ ਚ ਰੱਖਦੇ ਹੋਏ। Conclusion क्या होएगा? Indian remote sensing technologies has helped India in managing its natural resources and conserve biodiversity. It will also help India in betterly conserve IRS has helped India to manage its natural resources, and it will help India to conserve biodiversity as well as drought assessment, disaster management. And with upcoming technologies in place, India is better equipped to manage better equipped to handle the upcoming disasters that might happen in the future, and also achieve SDG, Sustainable Development Goals, right? This is how you would write a conclusion to this question. Now, again, the very objective, अपना objective क्या है इस वीडियो का? जब भी आप कोई आंसर लिख रहे हैं, please understand your very questions and the answers to those questions cannot be fixed. जब ਤੁਸੀਂ मॉडल आंसर पढ़ते हो, ਤੁਸੀਂ ਧਿਆਨ ਦਿਓ, ਤੁਸੀਂ मॉडल आंसर पढ़ते हो, फाइनल आंसर नहीं पढ़ते, because every question has a multiple answers, not multiple answers. The answers can be written in many ways. कोई रोल ऑफ बायोडाइवर्सिटी से ज़्यादा फोकस कर लेगा, कोई डीएम ਦੇ ਵਿੱਚ ਡਰਾਟ ਮੈਨੇਜਮੈਂਟ ਦੀ ਜਗ੍ਹਾ ਡਿਜ਼ਾਸਟਰ ਮੈਨੇਜਮੈਂਟ ਲਿਖ ਦੇਗਾ, ਕਿਸੇ ਦੇ ਵੇ ਫਾਰਵਰਡ ਦੇ 4 ਪੁਆਇੰਟ ਹੋਣਗੇ, ਕਿਸੇ ਦੇ 2 ਹੋਣਗੇ, ਜਾਂ ਉੱਥੇ ਜਿਵੇਂ ਤੁਸੀਂ ਹੁਣ ਆਪਾਂ ਵੇ ਫਾਰਵਰਡ ਦੇ ਵਿੱਚ ਉੱਥੇ ਲਿਖਿਆ ਹੈਗਾ to integrate the data, IRS data into conserve national mission on biodiversity, ਰਾਈਟ? ਜਾਂ ਤੁਸੀਂ ਉੱਥੇ ਹੋਰ ਕੀ ਲਿਖ ਸਕਦੇ ਹੋਗੇ, ਕਮਿਸ਼ਨ ਮੋਡ ਲਿਖ ਸਕਦੇ ਹੋ, ਇਹਨੂੰ ਕਮਿਸ਼ਨ ਮੋਡ 'ਚ ਆਪਰੇਟ ਕਰਨਾ ਚਾਹੀਦਾ ਹੈਗਾ, ਜਾਂ ਇਸ ਨੂੰ ਮਿਸ਼ਨ ਮੋਡ 'ਚ ਆਪਰੇਟ ਕਰਨਾ ਚਾਹੀਦਾ ਟੂ ਮੇਨਟੇਨ ਨੈਚੁਰਲ ਰਿਸੋਰਸਿਸ ਆਫ ਦ ਕੰਟਰੀ. ਸੋ ਮੈਨੀ ਵੇ ਫਾਰਵਰਡਸ ਕੈਨ ਬੀ ਰਿਟਨ. Every answer is a model answer. No answer is a final answer. Please make sure of it. Now, the third question. Write a note on Li-Fi and differentiate between Li-Fi and Wi-Fi. ਹੁਣ ਤੁਸੀਂ ਇੱਥੇ ਸਮਝਣਾ ਕੀ ਹੈ, ਤੁਹਾਨੂੰ ਉਰੇ ਨੋਟ ਲਿਖਣ ਨੂੰ ਕਿਹਾ ਗਿਆ, ਨੋਟ in 100 words. ਤਾਂ ਤੁਸੀਂ ਪੈਰਾਗ੍ਰਾਫ ਫਾਰਮ ਦੇ ਵਿੱਚ ਇੱਕ ਨੋਟ ਲਿਖੋਗੇ ਤੇ ਉਸ ਤੋਂ ਬਾਅਦ ਡਿਫਰੈਂਸ਼ੀਏਟ ਕਰੋਗੇ Li-Fi ਤੇ Wi-Fi ਦੇ ਵਿੱਚ. Now, what is Li-Fi? ਪਹਿਲਾਂ ਤਾਂ Li-Fi ਦੀ ਫੁੱਲ ਫਾਰਮ ਕੀ ਹੁੰਦੀ ਹੈ? ਲਾਈਟ ਫਿਡੇਲਿਟੀ. Wi-Fi ਦੀ ਕੀ ਹੁੰਦੀ ਹੈ? ਵਾਇਰਲੈਸ ਫਿਡੇਲਿਟੀ. Li-Fi ਕੀ ਹੈ? ਲਾਈਟ ਫਿਡੇਲਿਟੀ. ਹੁਣ ਲਾਈਟ ਫਿਡੇਲਿਟੀ ਹੁੰਦਾ ਕੀ ਹੈ, ਜਾਂ Li-Fi ਕੀ ਹੁੰਦਾ ਹੈ? It's a wireless communication technology. Li-Fi is a wireless communication technology that uses the visible spectrum, infrared or visible spectrum, visible light or infrared rays to communicate in between the multiple devices. For example, ਜੇ ਮੈਂ ਤੁਹਾਨੂੰ ਬੜੀ ਬੇਸਿਕ ਐਗਜ਼ਾਮਪਲ ਦਵਾਂ, ਤੁਹਾਡੇ ਘਰੇ ਟੀਵੀ ਹੋਣਾ, ਉਹਦਾ ਰਿਮੋਟ ਹੋਣਾ, ਏਸੀ ਹੋਊਗਾ, ਉਹਦਾ ਰਿਮੋਟ ਹੋਊਗਾ. ਰਿਮੋਟ ਵੀ ਕੀ ਕਰ ਰਿਹਾ ਹੈ? ਰਿਮੋਟ ਵੀ ਜਿਵੇਂ ਮੇਰੇ ਹੱਥ 'ਚ ਰਿਮੋਟ ਹੈ, ਠੀਕ ਹੈ, ਇਹ ਰਿਮੋਟ ਨੂੰ ਨਾ ਮੈਂ ਕੈਮਰੇ ਵੱਲ ਦਾ ਕਰਕੇ ਚਲਾਵਾਂ, ਜਾਂ ਇਹ ਦੋ ਤਰੀਕੇ ਨਾਲ ਕੰਮ ਕਰਦਾ ਹੈ. ਇੱਕ ਇਹਦੇ ਵਿੱਚੋਂ ਇਨਫਰਾਰੈਡ ਨਿਕਲਦਾ ਹੈਗਾ, ਠੀਕ ਹੈ, ਜੋ ਸਾਹਮਣੇ ਬੱਲਾ ਜਿਹਾ ਦਿਖ ਰਿਹਾ, ਤੁਹਾਨੂੰ ਪਤਾ ਨਹੀਂ ਦਿਖ ਰਿਹਾ ਕਿ ਨਹੀਂ. ਤੇ ਦੂਸਰਾ ਇਹ ਵਾਇਰਲੈਸਲੀ ਕਨੈਕਟ ਹੁੰਦਾ ਇਹਦੇ ਨਾਲ, ਤਾਂ ਕਿ ਸਲਾਈਡਸ ਚੇਂਜ ਹੋ ਸਕਣ. ਹਾਲਾਂਕਿ ਫਿਲਹਾਲ ਕੰਮ ਨਹੀਂ ਕਰ ਰਿਹਾ, ਐਵੇਂ ਹੱਥ 'ਚ ਫੜ ਰੱਖਿਆ, ਆਦਤ ਵਸੋਂ ਹੀ. ਬਟ ਦ ਪੁਆਇੰਟ ਇਜ਼ ਕਿ ਇਹ ਵੀ ਕਮਿਊਨੀਕੇਟ ਕਰ ਰਿਹਾ ਹੈ. ਰਿਮੋਟ ਇਜ਼ ਕਮਿਊਨੀਕੇਟਿੰਗ ਟੂ ਦ ਏਸੀ, ਤੇ ਉੱਥੇ ਕੀ ਕਰ ਰਿਹਾ ਹੈ? ਇਨਫਰਾਰੈਡ ਦੇ ਥਰੂ ਉਹਨੂੰ ਕਹਿ ਰਿਹਾ ਵੀ ਆਪਣਾ ਟੈਂਪਰੇਚਰ ਘਟਾ ਲੈ ਜਾਂ ਵਧਾ ਲੈ, ਐਟਸੈਟਰਾ ਐਟਸੈਟਰਾ, ਰਾਈਟ? ਸੋ Li-Fi क्या है? Li-Fi is a wireless communication technology between which communicates between two devices, as simple as that. In addition to Wi-Fi, it offers higher internet speed. It offers higher internet speed, but it has some limitations. ਤੁਸੀਂ ਨੋਟ ਦੇ ਵਿੱਚ ਲਿਖੋਗੇ ਕਿਆ? ਤੁਸੀਂ ਦੋਵੇਂ ਚੀਜ਼ਾਂ ਲਿਖੋਗੇ ਕਿ ਭਾਈ ਇਹਦੇ ਫਾਇਦੇ ਵੀ ਨੇ, ਇਹਦੇ ਨੁਕਸਾਨ ਵੀ ਨੇ. ਫਾਇਦੇ ਕਿਆ ਨੇ? Li-Fi offers you a huge difference of speed. Wi-Fi can operate, ਜੇ Wi-Fi ਮੰਨ ਲਓ 100 Gbps ਤੇ 1000 Gbps ਤੇ ਜਾ ਸਕਦਾ ਹੈ, ਤਾਂ Li-Fi 1000 Gbps
1 Gbps या 1 टेराबाइट पे जा सकता है, which is a 10 times than your Wi-Fi. So it marks a huge difference. Yes, it does. Then you will obviously write, then Wi-Fi is a wireless communication technology between two devices. It is a complement, or you would say alternative to Wi-Fi wireless fidelity, but it has multiple pros. It has multiple advantages. It has multiple advantages over Wi-Fi: high internet speed, better secure communication, right? But it has some limitation, like devices has to be in clear line of sight. इन क्लियर लाइन ऑफ साइट। डिवाइसेस में सबसे बड़ी दिक्कत क्या है? लाईफाई मान लो जो हम इस टाइम मैं अपना एलईडी यूज कर रहा हूँ, मैं सामने एलईडी लगी हुई है ताकि लाइट पै सके, है ना? तो जो सामने लाइट हैगी, द वेरी सेम एलईडीज दैट आर प्लेस्ड इन फ्रंट ऑफ मी और प्लेस्ड अबव मी, द वेरी एलईडीज कैन बी यूज्ड एज अ वायरलेस कम्युनिकेशन डिवाइस। ਇਹਨਾਂ ਦੇ ਥਰੂ ਹੀ ਆਪਾਂ ਇੰਟਰਨੈਟ ਚਲਾ ਸਕਦੇ ਹਾਂ। ਪਰ ਇੱਥੇ ਸਭ ਤੋਂ ਬੜੀ ਸਮੱਸਿਆ ਕੀ ਹੈ ਕਿ ਲਾਈਟ ਆਨ ਰੱਖਣੀ ਪਊਗੀ। ਜਿਵੇਂ ਆਪਾਂ ਰਾਤ ਨੂੰ ਬੈਠ ਕੇ ਰਜਾਈ 'ਚ ਵੜ ਕੇ ਇੰਟਰਨੈਟ ਚਲਾ ਲੈਂਦੇ ਹਾਂ ਵਾਈਫਾਈ ਦੇ ਥਰੂ, ਉਵੇਂ ਨਹੀਂ ਚੱਲ ਸਕੇਗਾ। ਦ ਲਾਈਟ ਹੈਜ਼ ਟੂ ਔਨ। ਬਟ ਇਸਦਾ ਫਾਇਦਾ ਇਹ ਹੈ, ਜਿਵੇਂ ਵਾਈਫਾਈ ਨੂੰ ਕਮਰੇ ਤੋਂ ਪਾਰ ਤੋਂ ਕੋਈ ਐਕਸੈਸ ਵੀ ਕਰ ਸਕਦਾ ਤੇ ਹੈਕ ਵੀ ਕਰ ਸਕਦਾ। ਉਰੇ ਨੋ, ਵਾਈਫਾਈ ਇਜ਼ ਮੋਰ ਸਿਕਿਉਰ। ਵਾਈ? ਬਿਕੋਜ਼ ਇਹ ਸਿਰਫ ਇਸ ਕਮਰੇ ਦੇ ਵਿੱਚ ਹੀ ਲਿਮਿਟਡ ਹੈ ਜਿੱਥੇ ਤੱਕ ਲਾਈਟ ਜਾ ਸਕਦੀ ਹੈਗੀ, ਠੀਕ ਹੈ। ਇਟ ਹੈਜ਼ ਲਿਮਿਟੇਸ਼ਨ, ਲਾਈਟ ਹੈਜ਼ ਟੂ ਬੀ ਔਨ, more power consumption, and the devices has to be in clear line of sight। ਜੇ ਮੰਨ ਲਓ suppose this is a device, ਠੀਕ ਹੈ, ਮੰਨ ਲਓ ਇਹ LED ਹੈ ਜਾਂ ਲਾਈਫਾਈ ਹੈ, ਤਾਂ ਇਸ ਡਿਵਾਈਸ ਨੂੰ ਇਸ ਤੇ ਕਲੀਅਰ ਲਾਈਨ ਆਫ ਸਾਈਟ ਦੇ ਵਿੱਚ ਹੋਏਗਾ। ਜੇ ਇਸ ਦੇ ਵਿਚਾਲੇ ਮੰਨ ਲਓ ਮੈਂ ਇਸ ਤਰ੍ਹਾਂ ਕਰ ਲਿਆ ਤਾਂ ਇਸ ਦੇ ਵਿਚਾਲੇ ਮੇਰਾ ਸਿਰ ਆ ਗਿਆ, ਤਾਂ ਦੇ ਵਿਲ ਨਾਟ ਬੀ ਏਬਲ ਟੂ ਕਮਿਊਨੀਕੇਟ, ਤਾਂ ਇੰਟਰਨੈਟ ਉਰੇ ਬੰਦ ਹੋ ਜਾਏਗਾ, ਰਾਈਟ? ਦਿਸ ਇਜ਼ ਅ ਮੇਜਰ ਇਸ਼ੂ। ਲਾਈਟ ਮਸਟ ਬੀ ਦੇयर। ਸੋ ਦਿਸ ਇਜ਼ ਹਾਊ ਯੂ ਵੁਡ ਰਾਈਟ। ਹੁਣ ਇਹ ਥੋੜਾ ਛੋਟਾ ਜਿਹਾ ਨੋਟ ਹੋਏਗਾ 50 ਸ਼ਬਦਾਂ ਦਾ। ਦੈਨ ਤੁਸੀਂ ਇੱਕ ਹੈਡਿੰਗ ਬਣਾ ਲਓ ਚਾਹੇ, ਜਾਂ ਇੱਕ ਛੋਟੀ ਸੀ ਹੈਡਿੰਗ ਜੀ ਬਣਾ ਲਿਓ। ਹਾਂ, ਹੈਡਿੰਗ ਹੀ ਠੀਕ ਰਹੇਗੀ। ਡਿਫਰੈਂਸ ਬਿਟਵੀਨ ਲਾਈਫਾਈ ਐਂਡ ਵਾਈਫਾਈ। ਨੋਟ ਲਿਖਣ ਨੂੰ ਗਿਆ ਤਾਂ ਤੁਸੀਂ 50 ਸ਼ਬਦਾਂ ਵਿੱਚ 4 ਲਾਈਨਾਂ ਲਿਖਣੀਆਂ। ਇਟਸ ਅ ਵਾਇਰਲੈਸ ਕਮਿਊਨੀਕੇਸ਼ਨ ਟੈਕਨੋਲੋਜੀ, ਠੀਕ ਹੈ, ਐਂਡ ਇਟ ਹੈਜ਼ some advantages over Wi-Fi: high internet speed, more secure communication, but it has some limitations, like devices has to be in a clear line of sight and continuous light connectivity, ठीक है। इन्ने छोटे 50 शब्द पूरे हो जाने हैं। उस तो बाद difference between Wi-Fi and Wi-Fi इथे लिख के, speed, security, medium, ਜਿਵੇਂ Wi-Fi ਤੁਸੀਂ ਇੱਕ ਪਾਸੇ ਲਿਖ ਲਿਆ ਲਾਈਫਾਈ, ਇੱਕ ਪਾਸੇ ਲਿਖ ਲਿਆ Wi-Fi, ਤਾਂ Wi-Fi क्या यूज कर देगा एज अ मीडियम? रेडियो वेव्स। ये क्या यूज करेगा? light waves। speed, higher speed as compared to Wi-Fi, lower speed, more secure, less secure। difference लिखता, थोड़े 100 words पूरे हो गए। short note complete। this is how you would approach this short note, right? ਟੋਟਲ 6 ਕੁਐਸਚਨਸ ਆਏ ਸੀ 2018 ਦੇ ਵਿੱਚ, ਤਾਂ ਆਪਾਂ 3 ਕੁਐਸਚਨਸ ਇਸ ਵੀਡੀਓ 'ਚ ਕਰਾਂਗੇ, ਬਾਕੀ 3 ਕੁਐਸਚਨਸ ਨੈਕਸਟ ਵੀਡੀਓ ਦੇ ਸੈਕੰਡ ਪਾਰਟ 'ਚ ਕਰਾਂਗੇ, ਰਾਈਟ? ਆਈ ਹੋਪ ਇਹ ਟੌਪਿਕ ਤੁਹਾਨੂੰ ਤੱਕ ਸਮਝ ਆਇਆ ਹੋਵੇਗਾ। ਬਾਕੀ ਆਪਾਂ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ। ਟਿਲ ਦੈਨ, ਟੇਕ ਕੇਅਰ।